96 ਕੌਂਸਲਰ ਦੇ 5-5 ਲੱਖ ਦਾ नहीं, एक फाइल ਦਾ मगर 5 ਲੱਖ ਦਾ। मेरे वार्ड ਦੀਆਂ ਫਾਈਲਾਂ 20 ਹੋਣਗੀਆਂ। ਤੁਸੀਂ ਆ ਦੇਖ ਸਕਦੇ ਹੋ ਜੀ, ਇੱਕ ਲਿਖਿਆ ਇੱਥੇ ਕਿ ਵਾਰਡ ਨੰਬਰ 23 ਵਿੱਚ ਪੈਂਦੇ ਪਾਰਕ ਔਨ ਫਰੰਟ ਢੰਡਾਰੀ ਬ੍ਰਿਜ, ਜਿਹੜਾ ਕਿ ਮੇਰੇ ਵਾਰਡ 'ਚ ਪੈਂਦਾ ਹੀ ਨਹੀਂ। हर बंदा कहता सानू उपरों हदायत है, उपरों आई, कित्थों उपरों आई, मैनू भी तो पता लगे उपर है कि यानी कि बिल्कुल फ्रॉड है जी। इहो जिहा फ्रॉड है तो सिर्फ 5 लाख का निकलिया, इहो जिहा पता नहीं करोड़ों रुपए का निकलणगे। ना इलाके कौंसल नूं पता, ना इलाके MLA नूं पता, ना बी जोन के जोनल कमिश्नर नूं पता। बट यह की है, कमिश्नर साहब ने कराना अपने जिन्हें मर्जी कोटे चो करान, अपने जे बहुता ही किसी ने अपना परसनल प्यार कटना तो अपनी जेब खर्चे चो करा दें। 45 ਲੱਖ ਦੀ ਠੱਗੀ ਹੈ ਜਿਹੜੀ ਸਿੱਧੀ ਤੁਸੀਂ ਕੱਢ ਕੇ ਲਿਆਏ ਹੋ, ਬਾਹਰ ਕੱਢ ਕੇ ਲਿਆਏ ਹੋ। ਲੇਕਿਨ ਇਹ ਕਮਿਸ਼ਨਰ, ਜੁਆਇੰਟ ਚੀਫ ਕਮਿਸ਼ਨਰ ਕਾਰਪੋਰੇਸ਼ਨ ਤੇ ਐਸਸੀ ਦੇ ਨਾਲ ਤੁਸੀਂ ਸਿੱਧਾ ਹੀ ਮੁਕਾਬਲਾ ਕਰ ਰਹੇ ਹੋ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਦਾਅਵੇਦਾਰੀ ਜਿਹੜੀ ਹੈ ਤੁਹਾਡੀ ਅਗਲੀ ਵਾਰ ਰਹਿ ਜਾ ਸਕਦੀ ਹੈ? ਤੁਹਾਡੇ ਦਾ ਸੀਵਰ ਪੱਟੇ ਪਿਆ ਜੀ, ਜੇ ਤੁਸੀਂ ਇੱਦਾਂ ਦੇ ਰੋਪ ਲਾਓਗੇ ਸਾਰੀਆਂ ਸੜਕਾਂ ਰਹਿ ਜਾਣਗੀਆਂ। ਮੈਂ ਕਿਹਾ ਜੀ ਮੇਰੀ ਇੱਕ ਸੜਕ ਰੋਕ ਕੇ ਦੱਸੋ, ਠੀਕ ਹੈ ਨਾ। ਇੱਕ ਸੜਕ ਦੇ ਲੱਤਾਂ ਭਾਰ ਚੱਲਦੀਆਂ ਨਾ। ਮਸਲਾ ਸਿਰਫ ਭਾਜੀ 10% ਦਾ ਨਹੀਂ ਹੈਗਾ, ਮਸਲਾ ਚੋਰੀ ਦਾ, ਠੱਗੀ ਦਾ। ਜੇ ਰਿਸ਼ੀਪਾਲ ਜੀ ਨਾ ਪੁੱਛੇ, ਜੇ ਮੈਨੂੰ ਦੱਸਿਆ, ਸਾਨੂੰ ਦੱਸਿਆ ਜੀ ਕਿ ਤੁਹਾਡੇ ਮੋਢੇ ਤੇ ਬੰਦੂਕ ਰੱਖ ਕੇ ਅਸੀਂ ਚਲਾਉਣ ਲੱਗੇ ਹਾਂ ਜੀ। ਟੈਂਕਰ ਦਾ ਜਿਹੜਾ ਕੌਂਸਲ ਕੋਟੇ ਲੈ ਰਹੇ ਆ, ਉਹ ਖਜ਼ਾਨਾ ਖਾਲੀ ਹੈ। 2 ਸਾਲ ਹੋ ਗਏ ਖਜ਼ਾਨਾ ਖਾਲੀ ਹੈ ਇਹਨਾਂ ਦਾ। ਇਹ 5 ਲੱਖ ਵਾਸਤੇ ਖਾਲੀ ਨਹੀਂ ਹੈਗਾ। ਕੱਲ ਨੂੰ ਆਨ ਹੋਵੇ ਕਿ ਕਾਰਪੋਰੇਸ਼ਨ ਵਾਲੇ ਨਾਲ ਤੁਹਾਡੀ ਸੈਟਿੰਗ ਹੋ ਜਾਵੇ ਤੇ ਮੂੰਹ ਤਾਂ ਠੰਡੇ ਬਸਤੇ 'ਚ ਪਾ ਦਿੱਤਾ ਜਾਵੇ। ਤੁਹਾਨੂੰ ਬਹੁਤ ਜਲਦੀ ਇੱਕ ਫਾਈਲ ਹੋਰ ਦੇਵਾਂਗਾ ਜਿਹਦੇ 'ਚ ਇਹਨਾਂ ਨੇ ਸਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਆਪਾਂ ਡਰੇ ਨਹੀਂ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਕਾਂਗਰਸ ਸਰਕਾਰ ਹੋਵੇ, ਕਾਂਗਰਸ ਦਾ ਹੀ ਕੌਂਸਲਰ ਜਿਹੜਾ ਵਾ ਕੰਮਾਂ ਨੂੰ ਲੈ ਕੇ ਨਗਰ ਨਿਗਮ ਦਾ ਘਿਰਾਵ ਕਰਨ ਦੀ ਹਿਮਾਇਤ ਕਰੇ ਤਾਂ ਉਸ ਤੋਂ ਬਾਅਦ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੂੰ ਆਪਣੇ ਪੇਚੇ ਦੇ ਵਿੱਚ ਲੈ ਲਵੇ। ਇੱਦਾਂ ਹੀ ਇੱਕ ਮਾਮਲਾ ਵਾਰਡ ਨੰਬਰ 23 ਦੇ ਪਾਰਸ਼ਦਪਤੀ ਗੌਰਵ ਭੱਟੀ ਦੇ ਨਾਲ ਹੋਇਆ ਵਾ। ਪਾਰਸ਼ਦ ਗੌਰਵ ਭੱਟੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ, ਪਾਰਸ਼ਦ ਵੀ ਸਾਡੇ ਨਾਲ ਮੌਜੂਦ ਹੈਗੇ ਨੇ। ਗੱਲਬਾਤ ਵੀ ਕਰਦੇ ਹਾਂ। ਮਾਮਲਾ ਹੈ ਕੀ ਹੈ, ਕਿਹੜਾ ਜਿਹੜਾ ਕਮਿਸ਼ਨਰ ਜਿਹੜੇ ਹੈਗੇ ਨੇ, ਕੀ ਸਕੈਮ ਜਿਹੜਾ ਤੁਸੀਂ ਕੱਢ ਕੇ ਲਿਆਏ ਹੋ? ਤੁਸੀਂ ਇਹ ਦੇਖ ਸਕਦੇ ਹੋ ਜੀ, ਮੇਰੇ ਵਾਰਡ ਨੰਬਰ 23 ਦੇ ਵਿੱਚ 49.59 ਲੱਖ ਦੀ ਲਾਗਤ ਨਾਲ ਕੌਂਸਲਰ ਕੋਟੇ ਦੇ ਵਿੱਚੋਂ ਅਰਬਨ ਸਟੇਟ ਫੇਸ 1 ਦੇ ਪਾਰਕਾਂ ਦਾ ਕੰਮ ਅਲਾਟ ਹੋਇਆ ਸੀ, ਠੀਕ ਹੈ। ਜਿਹੜਾ ਹਜੇ ਅਸੀਂ 20-25% ਇਹਨਾਂ ਦਾ ਕੰਮ ਹੋਇਆ ਵਾ। ਤੇ ਇਹਨਾਂ ਨੇ ਕੀ ਕੀਤਾ ਜੀ, ਆਪਣਾ ਸਰਕਾਰੀ ਅਫਸਰਾਂ ਨੇ ਰਲ ਕੇ ਕਿ ਤੁਸੀਂ ਆ ਦੇਖ ਸਕਦੇ ਹੋ ਜੀ, ਇੱਕ ਲਿਖਿਆ ਇੱਥੇ ਕਿ ਵਾਰਡ ਨੰਬਰ 23 ਵਿੱਚ ਪੈਂਦੇ ਪਾਰਕ ਔਨ ਫਰੰਟ ਢੰਡਾਰੀ ਬ੍ਰਿਜ, ਜਿਹੜਾ ਕਿ ਮੇਰੇ ਵਾਰਡ 'ਚ ਪੈਂਦਾ ਹੀ ਨਹੀਂ। ਸਾਹਨੇਵਾਲ ਹਲਕਾ ਪੈ ਗਿਆ, ਉਹ ਹਲਕਾ ਸਾਹਨੇਵਾਲ ਪੈ ਗਿਆ। ਕਿ ਉਹਦੇ ਵਾਸਤੇ ਅਧਿਕਾਰੀਆਂ ਨੇ, ਉੱਚ ਅਧਿਕਾਰੀਆਂ ਨੇ ਦਿੱਤਾ ਕਿ ਉਹ ਪਾਰਕ ਠੀਕ ਨਹੀਂ, ਉਹਨੂੰ ਬਣਾਉਣ ਵਾਸਤੇ 5 ਲੱਖ ਰੁਪਏ ਦੀ 10% ਹੋਰ ਵਧਾਈ ਜਾਵੇ। ਤੁਹਾਡੇ ਇਲਾਕੇ ਵਿੱਚ ਪਾਰਕ ਕਿੰਨੇ ਨੇ? ਮੇਰੇ ਟੋਟਲ ਇਲਾਕੇ ਦੇ ਵਿੱਚ ਜੀ 42 ਪਾਰਕ ਨੇ ਜੀ। 42 ਪਾਰਕ ਮੇਨਟੇਨ ਹੋ ਚੁੱਕੇ ਹੋਏ ਨੇ? ਨਹੀਂ, ਮੇਨਟੇਨ ਸਾਰੇ ਨੇ ਜੋ ਤਕਰੀਬਨ 15-20-25 ਮੇਨਟੇਨ ਨੇ। ਕੁਝ ਕਰ ਰਹੇ ਆ ਦਿਨ ਦਿਨ ਜਿਵੇਂ ਫੰਡ ਸਾਡੇ ਕੋਲ ਅਰੇਂਜ ਹੁੰਦਾ। ਲੇਕਿਨ ਜਿਹੜੀ 45 ਲੱਖ ਦੀ ਠੱਗੀ ਹੈ ਜਿਹੜੀ ਸਿੱਧੀ ਤੁਸੀਂ ਕੱਢ ਕੇ ਲਿਆਏ ਹੋ, ਬਾਹਰ ਕੱਢ ਕੇ ਲਿਆਏ ਹੋ। ਲੇਕਿਨ ਇਹ ਕਮਿਸ਼ਨਰ, ਜੁਆਇੰਟ ਚੀਫ ਕਮਿਸ਼ਨਰ ਕਾਰਪੋਰੇਸ਼ਨ ਤੇ ਐਸਸੀ ਦੇ ਨਾਲ ਤੁਸੀਂ ਸਿੱਧਾ ਹੀ ਮੁਕਾਬਲਾ ਕਰ ਰਹੇ ਹੋ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਦਾਅਵੇਦਾਰੀ ਜਿਹੜੀ ਹੈ ਤੁਹਾਡੀ ਅਗਲੀ ਵਾਰ ਰਹਿ ਜਾ ਸਕਦੀ ਹੈ? ਨਹੀਂ ਜੀ, ਮੈਨੂੰ ਪਰਵਾਹ ਤਾਂ ਹੋਵੇ ਜੇ ਮੈਂ ਕਰਪਟ ਹੋਵਾਂ, ਠੀਕ ਹੈ ਜੀ। ਇਹ ਅਫਸਰਾਂ ਨੇ ਗਲਤ ਕੀਤਾ। ਦਰਅਸਲ ਤੁਸੀਂ ਆਪ ਦੇਖ ਸਕਦੇ ਹੋ, ਇਹਨਾਂ ਦੀ ਨੋਟਿੰਗ ਦੇਖੋ, ਮੇਰਾ ਕੁਛ ਨਹੀਂ ਹੈਗਾ। ਤੁਸੀਂ ਇਹਨੇ ਨੋਟਿੰਗ ਪੜ੍ਹੋ, ਇਹ 'ਚ ਲਿਖਿਆ ਕਿ ਵਾਰਡ ਨੰਬਰ 23 'ਚ ਪੈਂਦਾ ਢੰਡਾਰੀ ਬ੍ਰਿਜ। ਵਾਰਡ ਨੰਬਰ 23 'ਚ ਕਿੱਥੋਂ ਆ ਗਿਆ ਢੰਡਾਰੀ ਬ੍ਰਿਜ? ਪਾਰਕ ਕਿੱਥੋਂ ਆ ਗਿਆ? ਇਹਨਾਂ ਨੇ ਜੀ 10% ਤੱਕ ਕਮਿਸ਼ਨਰ ਕੋਲ ਪਾਵਰ ਹੁੰਦੀ ਆ ਕੋਈ ਵੀ ਐਸਟੀਮੇਟ ਇਨਕਰੀਜ਼ ਕਰਨ ਦੀ, ਉਹਨੂੰ ਵਧਾਉਣ ਦੀ। ਲੇਕਿਨ ਜਿਹੜੀ ਪਾਵਰ ਹੈ ਉਹ ਇਹ ਹੁੰਦੀ ਹੈ ਕਿ ਤੁਹਾਡਾ ਮੌਕੇ 'ਤੇ ਕੰਮ ਚੱਲ ਰਿਹਾ, ਉਹ ਕੰਮ ਵੱਧ ਗਿਆ ਤੇ 10% ਕਮਿਸ਼ਨਰ ਸਾਹਿਬ ਵਧਾ ਸਕਦੇ ਨੇ। 25% ਦੀ ਪਾਵਰ ਹੁੰਦੀ ਹੈ ਫਾਈਨਾਂਸ ਕਮੇਟੀ ਤੋਂ। ਲੇਕਿਨ ਇਹ ਕੰਮ ਇਹ ਨਹੀਂ ਹੁੰਦਾ ਕਿ ਇੱਥੇ ਦਾ ਕੰਮ ਹੋਵੇ ਜਿੱਥੇ ਮਰਜ਼ੀ ਆਪਾਂ ਕਰਾ ਦਈਏ, ਪਤਾ ਨਹੀਂ ਹੋਇਆ ਕਿ ਨਹੀਂ ਹੋਇਆ। ਉਹ ਵੀ ਗੱਲਾਂ 'ਚ ਹੀ ਆ। 5 ਲੱਖ ਰੁਪਇਆ। ਲੇਕਿਨ IAS ਨੇ ਆਹ ਮੁਕਾਬਲਾ ਜਿਨ੍ਹਾਂ ਨਾਲ ਕਰ ਰਹੇ ਹੋ, ਵਿਧਾਇਕ ਸੰਜੇ ਤਲਵਾੜ ਨੂੰ ਨੌਲੇਜ ਹੈਗਾ ਕਿ ਮੇਰੇ ਇੱਕ ਕੌਂਸਲਰ ਦੇ ਨਾਲ ਹੀ ਜਿਹੜਾ ਇਹ ਹਾਦਸਾ ਵਾਪਰ ਗਿਆ। ਚਲੋ ਅਲੱਗ ਪਾਰਟੀ ਦਾ ਕੌਂਸਲਰ ਹੁੰਦਾ, ਸਮਝ ਆਉਂਦੀ ਵੀ ਹੈ, ਲੇਕਿਨ MLA ਜਿਹੜੀ ਪਾਰਟੀ ਦਾ MLA ਉਸੇ ਪਾਰਟੀ ਦੇ ਤੁਸੀਂ ਤਾਲੁਕਾਤ ਰੱਖਦੇ ਹੋ। ਲੇਕਿਨ ਵਿਧਾਇਕ ਸਾਹਿਬ ਨੇ ਕੀ ਕਿਹਾ ਹੈ ਤੱਕ ਇਸ ਮਾਮਲੇ ਤੇ? ਨਹੀਂ, ਵਿਧਾਇਕ ਸਾਹਿਬ ਵੀ ਨਾਲ ਜੀ। ਮੈਂ ਵਿਧਾਇਕ ਸਾਹਿਬ ਨੂੰ ਦੱਸਤਾ ਕਿ ਮੇਰੇ ਕੌਂਸਲਰ ਕੋਟੇ ਦਾ ਜਿਹੜਾ ਸਾਡਾ ਕੰਮ ਹੈ ਉਹ 49 ਲੱਖ ਦਾ ਕੰਮ ਸੀਗਾ, 44 ਲੱਖ 'ਚ ਅਲਾਟ ਹੋਇਆ ਸੀਗਾ ਤੇ ਹੁਣ ਇਹਨਾਂ 10% ਹੋਰ ਵਧਾ ਕੇ 5 ਲੱਖ ਰੁਪਇਆ ਜਿਹੜਾ ਕਹਿੰਦੇ ਜੀ ਅਸੀਂ ਕਿਤੇ ਹੋਰ ਲਗਾ ਦਿੱਤਾ। ਇਹ ਕੌਣ ਹੁੰਦੇ ਨੇ ਲਗਾਉਣ ਵਾਲੇ?
ਠੀਕ ਹੈ ਨਹੀਂ, ਕੌਂਸਲਰ ਕੋਟੇ ਦਾ ਕੰਮ ਹੈ। ਇਹ ਤਾਂ ਉਹ ਹਿਸਾਬ ਹੋ ਗਿਆ, ਗਵਾਂਡੀਆਂ ਦਾ ਮਕਾਨ ਬਣ ਰਿਹਾ ਸੀ, 10,000 ਉੱਥੇ ਇੱਟ ਪਈ ਸੀ, 5,000 ਚੁੱਕ ਕੇ ਕਿਸੇ ਨੇ ਵੇਚਤੀ, ਚੋਰ ਫੜਿਆ ਗਿਆ। ਜਦੋਂ ਉਹਨੂੰ ਪੁੱਛਿਆ ਹਾਂ ਵੀ ਤੂੰ ਚੋਰੀ ਕਿਉਂ ਕੀਤੀ ਹੈ, ਉਹ ਕਹਿੰਦਾ ਜੀ ਮੈਂ ਤਾਂ ਧਰਮ ਖਾਤੇ ਪੈਸੇ ਲਾਣੇ, ਸਮਾਜਿਕ ਸੁਧਾਰ ਵਾਸਤੇ ਲਾਣੇ ਸੀ। ਇਹ ਤਾਂ ਉਹ ਕੰਮ ਹੈ। ਜੇ ਤੁਸੀਂ ਲਾਣੇ ਸੀ ਤਾਂ ਮੈਨੂੰ ਪੁੱਛਦੇ, ਸਾਨੂੰ ਪੁੱਛਦੇ, ਸਾਡੇ ਕੌਂਸਲਰ ਦਾ ਕੰਮ ਸੀਗਾ। ਹੁਣ 3 ਮਹੀਨੇ ਹੋ ਗਏ ਮੇਰੀ ਫਾਈਲ ਮੈਂ ਲੱਭ ਰਿਹਾ, ਮੈਨੂੰ ਫਾਈਲ ਨਹੀਂ ਮਿਲ ਰਹੀ, ਸਾਨੂੰ ਕਦੀ ਟੱਕਰਾਂ ਮਾਰ ਰਹੇ ਆ। ਲੇਕਿਨ ਜਦੋਂ ਫਾਈਲ ਮਿਲੀ ਤੇ ਸਾਨੂੰ ਕੱਲ ਸ਼ਾਮੀ ਫਾਈਲ ਮਿਲੀ, ਅਸੀਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ IAS ਅਫਸਰਾਂ ਦੇ ਆਰੋਪ ਲਾ ਰਹੇ, ਬਿਲਕੁਲ ਠੀਕ ਗੱਲ ਹੈ। ਇਹ ਦਰਅਸਲ ਇਹ ਮੇਰੇ ਵਾਰਡ ਦੀ ਨਾ ਕਾਫੀ ਸੜਕਾਂ ਪੱਟੀਆਂ ਗਈਆਂ। ਪਹਿਲਾਂ ਵੀ ਇਹਨਾਂ ਨੇ ਯਾਨੀ ਕਿ ਅਫਸਰਾਂ ਨਾਲ ਰਲ ਕੇ ਸਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਦਾ ਸੀਵਰ ਪੱਟੇ ਪਿਆ ਜੀ, ਜੇ ਤੁਸੀਂ ਇੱਦਾਂ ਦੇ ਆਰੋਪ ਲਾਓਗੇ ਸਾਰੀਆਂ ਸੜਕਾਂ ਰਹਿ ਜਾਣਗੀਆਂ। ਮੈਂ ਕਿਹਾ ਜੀ ਮੇਰੀ ਇੱਕ ਸੜਕ ਰੋਕ ਕੇ ਦੱਸੋ, ਠੀਕ ਹੈ ਨਾ, ਇੱਕ ਸੜਕ 'ਚ ਲੱਤਾਂ ਭਾਰ ਚੱਲਦੀਆਂ ਨਾ। ਪੈਸੇ ਦੀ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ, ਕਿਤੇ ਟਾਲ ਮਟੋਲ ਕਰਕੇ ਕਹਿੰਦੇ ਹੋਣਗੇ ਕੀ ਆ ਜਿਹੜਾ ਤੁਸੀਂ ਕੰਮ ਕਰਾਉਣਾ ਵਾ ਅਜੇ ਸਾਡੀ ਹਿੱਸੇਦਾਰੀ ਰੱਖ ਲਓ। ਪੱਟੀ ਸਾਹਿਬ ਇੱਦਾਂ ਦਾ ਕੁਛ ਨਹੀਂ, ਮੈਂ ਗਲਤ ਐਲੀਗੇਸ਼ਨ ਨਹੀਂ ਲਗਾਵਾਂਗਾ, ਮੇਰੀ ਕੋਈ ਹਿੱਸੇਦਾਰੀ ਰੱਖ ਲਓ ਜਾਂ ਕੁਛ ਇੱਦਾਂ ਦਾ ਨਹੀਂ ਮੇਰੇ ਨਾਲ ਕੀਤਾ। ਲੇਕਿਨ ਜਿਹੜੀ ਇਹ ਸਿੱਧਾ ਤੁਹਾਨੂੰ ਦੇਖ ਸਕਦੇ ਹੋ 49 ਲੱਖ ਦੇ ਸਾਡੇ ਪਾਰਕ ਨੇ, ਅਸੀਂ ਪਾਸ ਕਰਾਏ ਨੇ, ਕੌਂਸਲਰ ਕੋਟੇ ਦਾ ਕੰਮ ਹੈ, ਠੀਕ ਹੈ। ਉਹ 10% ਵਧਾ ਕੇ, ਮਸਲਾ ਸਿਰਫ ਭਾਜੀ 10% ਦਾ ਨਹੀਂ ਹੈਗਾ, ਮਸਲਾ ਚੋਰੀ ਦਾ, ਠੱਗੀ ਦਾ। ਇਹੋ ਜਿਹੇ 10% ਹਜ਼ਾਰਾਂ ਕਰੋੜ ਦੇ ਰੁਪਏ ਕਾਰਪੋਰੇਸ਼ਨ ਦੇ ਕੰਮ ਹੋ ਜਾਂਦੇ ਨੇ, ਹਜ਼ਾਰਾਂ ਕਰੋੜ 'ਚ 10% ਵਧਾਈ ਜਾਣਗੇ, 100 ਕਰੋੜ ਰੁਪਏ ਠੱਗੀ ਮਾਰ ਜਾਣਗੇ। ਬਟ ਵਾਈ ਇਹ ਕੌਣ ਹੁੰਦੇ ਨੇ? ਪਬਲਿਕ, ਚਾਹੇ ਕਮਿਸ਼ਨਰ ਆ, ਚਾਹੇ ਐਡੀਸ਼ਨਲ ਕਮਿਸ਼ਨਰ ਆ, ਚਾਹੇ SC B ਜ਼ੋਨ ਆ, ਇਹ ਸਿਰਫ ਪਬਲਿਕ ਦੇ ਇੱਕ ਪਬਲਿਕ ਸਰਵੈਂਟ ਨੇ, ਠੀਕ ਹੈ। ਇਹਨਾਂ ਨੂੰ ਲੇਕਿਨ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੰਮ ਨਹੀਂ ਕਰ ਸਕਦੇ। ਇਹ ਸਾਡੇ ਕੌਂਸਲਰ ਕੋਟੇ ਦੇ ਡਾਕਾ ਮਾਰਨ ਵਾਲੇ ਕੌਣ ਹੁੰਦੇ ਨੇ, ਠੀਕ ਹੈ ਨਹੀਂ। ਪਾਰਸਾ ਜੀ ਤੁਸੀਂ ਸਾਡੇ ਨਾਲ ਮੌਜੂਦ ਹੈਗੇ ਹੋ, ਜਿਹੜੀ ਗੱਲ ਕੀਤੀ ਜਾਊਗੀ ਸਵੇਰ ਦੇ ਜਦੋਂ ਆ ਗੌਰਵ ਜੀ ਤੁਹਾਡੇ ਹਸਬੈਂਡ ਜਿਹੜੇ ਨੇ ਲੈ ਕੇ ਆਏ ਨੇ, ਜਦੋਂ ਸਕੈਮ ਆ ਕੱਢਿਆ ਬਾਹਰ, ਉਸ ਤੋਂ ਬਾਅਦ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ। ਬਿਲਕੁਲ ਹਾਂਜੀ ਜੀ, ਬਿਲਕੁਲ ਤਾਲਮੇਲ ਕੀਤੀ ਉਹਨਾਂ ਨੇ ਸਾਡੇ ਨਾਲ ਕਰਨ ਦੀ ਕਿ ਇਸ ਦੇ ਅਕੋਰਡਿੰਗ ਵੀ। ਤੇ ਤੁਹਾਨੂੰ ਮੈਂ ਇੱਕ ਇਹ ਵੀ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਸਾਡੇ ਵਾਰਡ ਵਿੱਚ ਅਸੀਂ ਟੈਂਕਰ ਦੀ ਫਾਈਲ ਲਗਾਈ ਸੀ ਆਪਣਾ 6/2/2019 ਵਿੱਚ, ਤੇ ਇਹ ਸਾਨੂੰ 1.25 ਲੱਖ ਰੁਪਏ ਦੀ ਫਾਈਲ ਹੈ, ਜੋ ਕਿ ਸਾਡੇ ਵਾਸਤੇ ਬਹੁਤ ਜ਼ਰੂਰੀ ਸੀ ਵਾਰਡ ਵਾਸਤੇ, ਕਿਉਂਕਿ ਵਾਰਡ ਵਾਸੀਆਂ ਦੇ ਜਿਵੇਂ ਸਾਡੇ ਵਾਰਡ ਵਿੱਚ ਝੁੱਗੀਆਂ ਹੈਗੀ, ਸਲਮਸ ਏਰੀਆ ਹੈ, ਤੇ ਉਸ ਤੋਂ ਇਲਾਵਾ ਭੋਗ ਵਗੈਰਾ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵਾਸਤੇ ਸਾਨੂੰ ਟੈਂਕਰ ਦੀ ਜ਼ਰੂਰਤ ਹੁੰਦੀ ਸੀ, ਤੇ ਸਾਨੂੰ ਮੁੱਲ ਦੇ ਵੀ ਤੇ ਮੰਗ ਕੇ ਵੀ ਟੈਂਕਰ ਲੈਣੇ ਪੈਂਦੇ ਸੀ। ਉਸ ਤੋਂ ਇਲਾਵਾ ਅਸੀਂ ਫਾਈਲ ਲਗਾਈ, ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਫਾਈਲ ਰੱਦ ਕੀਤੀ ਗਈ ਹੈ 21/12/2020 ਵਿੱਚ। 20 ਮਹੀਨੇ ਬਾਅਦ ਜੋ ਸਾਡੀ ਫਾਈਲ ਰੱਦ ਕੀਤੀ ਗਈ 1.25 ਲੱਖ ਰੁਪਏ ਦੀ ਟੈਂਡਰ ਦੀ ਫਾਈਲ। ਤੇ ਉਸ ਤੋਂ ਇਲਾਵਾ ਇਹ ਸਾਡੇ ਵਾਸਤੇ ਜ਼ਰੂਰੀ ਕਿ ਇਹ ਜ਼ਰੂਰੀ ਸੀ, ਆ ਤੁਸੀਂ ਦੇਖ ਸਕਦੇ ਹੋ ਕਿ 4,90,000 ਰੁਪਏ ਦਾ ਜੋ ਕੰਮ ਹੈ, ਤਕਰੀਬਨ 5 ਲੱਖ ਰੁਪਏ ਦਾ ਜੋ ਕੰਮ ਹੈ, ਇਹਨਾਂ ਨੇ ਚੂਨਾ ਲਗਾ ਰਹੇ ਜੋ ਨਗਰ ਨਿਗਮ ਨੂੰ, ਉਹ ਇਹਨਾਂ ਨੂੰ ਜ਼ਰੂਰੀ ਸੀ ਕਿ ਇਹ ਜ਼ਰੂਰੀ ਸੀ, ਇਹ ਵੀ ਸਾਨੂੰ ਦੱਸਿਆ ਜਾਵੇ। ਸਾਡੇ ਵਾਰਡ ਵਾਸਤੇ ਕਿ ਅਸੀਂ ਟੈਂਕਰ ਮੰਗਿਆ, ਸਾਨੂੰ ਟੈਂਕਰ ਨਹੀਂ ਦਿੱਤਾ ਗਿਆ ਹੈ। ਨਹੀਂ, ਇਹ ਤੁਹਾਡੇ ਕੋਲ ਇਸ ਸਮੇਂ ਕੋਈ ਵੀ ਇੱਕ ਵੀ ਟੈਂਕਰ ਅਵੇਲੇਬਲ ਨਹੀਂ ਹੈ? ਨਹੀਂ ਜੀ, ਸਾਡੇ ਕੋਲ ਕੋਈ ਟੈਂਕਰ ਅਵੇਲੇਬਲ ਨਹੀਂ ਹੈਗਾ। ਈਵਨ ਕਿ ਅਸੀਂ ਕੌਂਸਲ ਕੋਟੇ ਤੋਂ ਮੰਗਿਆ ਸੀ ਇਹ ਬਣਾ ਲੇਕਿਨ ਤੁਹਾਡੇ ਵਿਧਾਇਕ ਸਾਹਿਬ ਨੇ ਜਿੰਨੇ ਵੀ 14 ਦੇ 14 ਕੌਂਸਲ ਦੇ, ਉਹਨਾਂ ਕੋਲ ਹਰ ਕਿਸੇ ਕੋਲ ਆਪਣਾ ਇੱਕ ਪਰਸਨਲੀ ਟੈਂਕਰ ਜਿਹੜਾ ਹੈਗਾ ਵਿਧਾਇਕ ਸਾਹਿਬ ਵੱਲੋਂ ਉਹਨਾਂ ਨਗਰ ਨਿਗਮ ਨੂੰ ਦਵਾਇਆ ਹੋਇਆ ਵਾ। ਲੇਕਿਨ ਤੁਹਾਡੇ ਨਾਲ ਫਿਰ ਪੱਖਪਾਤ ਕਿਉਂ ਕੀਤਾ ਗਿਆ? ਇੱਕ ਟੈਂਕਰ ਨਹੀਂ ਮਿਲਿਆ, ਉਸ ਤੋਂ ਬਾਅਦ ਜਿਹੜਾ ਵਾ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਉਹ ਢੰਡਾਰੀ ਦੇ ਇਲਾਕੇ 'ਚ ਕਰ ਦਿੱਤੀ ਜਾਂਦੀ, ਸਾਨੇਵਾਲ ਹਲਕੇ ਦੇ ਵਿੱਚ। ਪਤਾ ਨਹੀਂ ਜੀ ਕੀਤੀ ਕਿ ਨਹੀਂ ਕੀਤੀ, ਇਹ ਵੀ ਕਹਿੰਦੇ ਨੇ ਕਿ ਇਹ ਢੰਡਾਰੀ ਦੇ ਵਿੱਚ ਅਸੀਂ ਪਾਰਕ ਬਣਾ ਰਹੇ ਹਾਂ। ਇਹ ਕੌਣ? ਜੇ ਕਮਿਸ਼ਨਰ ਕਾਰਪੋਰੇਸ਼ਨ ਹੈ, ਇਹਨਾਂ ਕੋਲ ਹੋਰ ਬਥੇਰੇ ਫੰਡ ਨੇ, ਜਿੱਥੋਂ ਮਰਜ਼ੀ ਲੈ ਕੇ ਕਰਨ। ਲੇਕਿਨ ਇਹ ਤਾਂ ਆਪਾਂ ਫੜ ਲਿਆ, ਜੇ ਬਣਾਉਣਾ ਸੀ ਘੱਟ ਤੋਂ ਘੱਟ ਸਾਨੂੰ ਚਿੱਠੀ ਵੀ ਕੱਢ ਸਕਦੇ ਸੀ ਕਿ ਤੁਹਾਡੇ ਕੋਟੇ 'ਚ 10% ਦੀ ਰਾਸ਼ੀ ਵਧਾਤੀ ਹੈ ਜੀ। ਕੱਲ ਨੂੰ ਸਰ ਸਾਡੇ ਇਲਾਕੇ ਦੇ ਵਿੱਚ ਅਸੀਂ ਇਹ 10% 5 ਲੱਖ ਰੁਪਏ, ਹੋਰ ਕਈ ਕੰਮਾਂ ਜੇ ਤਾਂ 10% ਆਪਣੀ ਮਰਜ਼ੀ ਨਾਲ ਵਧਾ ਦੇਣਗੇ। ਬਹੁਤ ਤਗੜਾ ਚੱਲ ਰਿਹਾ ਹੋਣਾ ਕਾਰਪੋਰੇਸ਼ਨ ਦੇ, ਕੌਂਸਲਰਾਂ ਨੂੰ ਪਤਾ ਨਹੀਂ ਲੱਗ ਰਿਹਾ ਹੋਣਾ। ਬਿਲਕੁਲ ਨਹੀਂ ਪਤਾ ਲੱਗ ਰਿਹਾ ਜੀ। ਮੈਂ ਵੀ ਮੈਨੂੰ ਕਿਤੇ ਆਪਣੇ ਸੂਤਰਾਂ ਤੋਂ ਪਤਾ ਲੱਗਾ ਸੀਗਾ, ਤੇ ਮੈਨੂੰ ਫਾਈਲ ਮੈਂ ਲੱਭ ਰਿਹਾ, ਕੋਈ ਕਹਿੰਦਾ ਏਜੰਡੇ 'ਚ ਪਈ ਹੈ ਫਾਈਲ, ਕੋਈ ਕਹਿੰਦਾ ਜੀ ਫਲਾਣੇ ਅਫਸਰ ਕੋ ਫਲਾਣੇ, ਮੈਨੂੰ ਫਾਈਲ ਨਹੀਂ ਦੇ ਰਹੇ। ਮੈਂ ਕਿਹਾ ਜੀ ਮੈਨੂੰ ਫਾਈਲ ਦੇ ਦਿਓ, ਕਹਿੰਦੇ ਜੀ ਤੁਸੀਂ ਐਸਟੀਮੇਟ ਲੈ ਲਓ। ਮੈਂ ਕਿਹਾ ਜੀ ਮੈਂ ਅਸੀਂ ਕਾਕੇ ਹੈਗੇ, ਐਸਟੀਮੇਟ ਦਾ ਜਿਹੜਾ 49 ਲੱਖ ਦਾ ਉਹੀ ਹੈ। ਮੈਂ ਤਾਂ ਇਹ ਦੇਖਣਾ ਜੀ ਜਿਹੜਾ 10% ਤੁਸੀਂ ਵਧਾਇਆ ਕਿਸ ਬੇਵ 'ਚ ਵਧਾਇਆ। ਮੈਂ ਜਿਹੜੇ ਅਫਸਰ ਨੂੰ ਪੁੱਛਾਂ, ਕਮਿਸ਼ਨਰ ਸਾਹਿਬ ਦਾ ਜੀ ਕੰਮ ਹੈ ਜੀ, ਉੱਥੇ ਆਪਾਂ ਲਵਾਉਣਾ ਜੀ, ਕਮਿਸ਼ਨਰ ਸਾਹਿਬ ਨੇ ਕਰਾਣਾ, ਆਪਣੇ ਜਿਹੜੇ ਮਰਜ਼ੀ ਕੋਟੇ 'ਚੋਂ ਕਰਾਉਣ। ਆਪਣੇ ਜੇ ਬਹੁਤਾ ਹੀ ਕਿਸੇ ਨੇ ਆਪਣਾ ਪਰਸਨਲ ਪਿਆਰ ਕੱਢਣਾ ਤੇ ਆਪਣੀ ਜੇਬ ਖਰਚੀ 'ਚੋਂ ਕਰਾ ਦੇਣ। ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕਿਸੇ ਰਾਜਨੀਤਿਕ ਨਾਲ ਮਿਲ ਕੇ ਇਹ ਕੰਮ ਕਰਾਇਆ ਗਿਆ ਹੋਵੇ? ਗੌਰਵ ਜਿਹੜੇ ਪੱਟੀ ਨੇ, ਪਾਰਸ਼ਦਪਤੀ ਨੇ, ਜਿਹੜੇ ਇੱਥੇ ਕਾਫੀ ਡਿਵੈਲਪਮੈਂਟ ਵੀ ਜਿਹੜੀ ਕਰਾ ਰਹੇ ਹੋਣਗੇ, ਕਾਰਜਨ ਰੋਕਣ ਦੀ ਗੱਲ ਕੀਤੀ ਜਾਵੇ, ਇਸ ਕਰਕੇ ਗਵਰਨ ਪੈਸੇ ਦਾ ਕਰ ਲਿੱਤਾ 5 ਲੱਖ ਕੋ ਸਮਥਿੰਗ ਦਾ। ਬਿਲਕੁਲ ਜੀ, ਇਹਨਾਂ ਨੇ ਜੀ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਤੁਸੀਂ ਇਹ ਦੇਖੋ, ਤੁਸੀਂ ਪਹਿਲਾਂ ਕੀ ਆਂਦਾ ਇਲਾਕਾ ਕੌਂਸਲਰ, ਸਾਡੇ ਕੌਂਸਲਰ ਕੋਟਾ ਦਾ ਕੰਮ ਹੈ। ਦੂਸਰਾ ਆਂਦਾ ਬੰਦਾ ਕਹਿੰਦਾ ਸ਼ਾਇਦ MLA ਸਾਹਿਬ ਨੇ ਕਹਿ ਦਿੱਤਾ ਵਾ ਯਾਰ ਨਾਲ ਕੋਈ ਸੜਕ ਲੱਗਦੀ ਹੈ ਸਾਂਝੀ, ਦੂਜੇ ਵਾਰ ਥੋੜਾ ਜਿਹਾ ਕੰਮ ਕਰ ਦਿਓ, ਠੀਕ ਹੈ ਨਾ। ਅਸੀਂ ਕਿਹਾ ਨਾ MLA ਨੇ ਕਿਹਾ। ਉਸ ਤੋਂ ਬਾਅਦ ਆਂਦੇ B ਜ਼ੋਨ ਦੇ ਆਪਣੇ ਕੀ ਨਾਮ ਹੈ ਜਨਰਲ ਕਮਿਸ਼ਨਰ। ਮੈਂ ਜਨਰਲ ਕਮਿਸ਼ਨਰ ਮੈਡਮ ਸਵਾਤੀ ਟਵਾਣਾ ਨੂੰ ਪੁੱਛਿਆ, ਮੈਂ ਕਿਹਾ ਜੀ ਮੇਰੇ ਵਾਰਡ ਦਾ ਤੁਸੀਂ 10% ਕੰਮ ਕਿਤੇ ਹੋਰ ਕਰਾ ਰਹੇ ਹੋ, ਕਹਿੰਦੇ ਮੈਨੂੰ ਪਤਾ ਹੀ ਨਹੀਂ। ਜਦੋਂ ਕਿ ਚਲੋ ਉਹ ਆਪਣੀ ਥਾਂ ਠੀਕ ਨੇ, ਉਹਨਾਂ ਦਾ ਸਾਈਨ ਵੀ ਹੈ ਨਹੀਂ, ਕਹਿੰਦੇ ਮੈਨੂੰ ਨਹੀਂ ਪਤਾ ਜੀ, SC B&R ਨੂੰ ਪੁੱਛੋ ਜਾਂ ਮੰਨ ਲਓ
ਹਾਇਰ ਅਫਸਰ ਨੂੰ ਪੁੱਛੋ, ਮੇਰੀ ਨੌਲੇਜ ਨਹੀਂ ਆ। ਨਾ ਇਲਾਕੇ ਕੌਂਸਲ ਨੂੰ ਪਤਾ, ਨਾ ਇਲਾਕੇ ਐਮਐਲਏ ਨੂੰ ਪਤਾ, ਨਾ ਬੀ ਜ਼ੋਨ ਦੇ ਜ਼ੋਨਲ ਕਮਿਸ਼ਨਰ ਨੂੰ ਪਤਾ। ਬਟ ਇਹ ਕੀ ਹੈ? ਠੀਕ ਨਹੀਂ, ਹੁਣ ਕਹਿੰਦੇ 5 ਲੱਖ ਦਾ ਉੱਥੇ ਕਰਾਤਾ, ਪਤਾ ਨਹੀਂ ਕਰਾਇਆ ਕਿ ਨਹੀਂ ਕਰਾਇਆ, ਕੌਣ ਦੇਖਣ ਗਿਆ ਜੀ ਉੱਥੇ? ਇਹਦਾ ਐਸਟੀਮੇਟ ਕਿੱਥੇ ਹੈ ਜੀ? ਅਸੀਂ ਤਾਂ 1.25 ਲੱਖ ਦੀ ਜਿਹੜੀ ਟੈਂਕਰ ਲੈਣਾ, ਮੰਨ ਲਓ ਉਹਨੂੰ 2 ਸਾਲ 20 ਮਹੀਨੇ ਬਾਅਦ ਫਾਈਲ ਰੱਦ ਕਰਤੀ, 2 ਵਾਰੀ ਫਾਈਨਾਂਸ ਕਮੇਟੀ 'ਚ ਬੈਠੀ, ਕੀ ਇਹਨਾਂ ਨੂੰ ਜ਼ਰੂਰੀ ਨਹੀਂ ਲੱਗਿਆ? 95 ਕੌਂਸਲਰਾਂ ਦੇ ਵਿੱਚੋਂ 5-5 ਲੱਖ ਦਾ ਵੀ ਗਬਨ ਹਰ ਕੌਂਸਲ ਦੇ ਨਾਲ ਕੀਤਾ ਗਿਆ ਹੋਵੇ ਤਾਂ ਕਾਫੀ ਰੁਪਈਆ ਜਿਹੜਾ ਬਣ ਜਾਂਦਾ। 95 ਕੌਂਸਲਰ ਦਾ 5-5 ਲੱਖ ਦਾ ਨਹੀਂ, ਇੱਕ ਫਾਈਲ ਦਾ ਮਗਰ 5 ਲੱਖ ਦਾ। ਮੇਰੇ ਵਾਰਡ ਦੀਆਂ ਫਾਈਲਾਂ 20 ਹੋਣਗੀਆਂ, ਠੀਕ ਹੈ ਕਿ ਨਹੀਂ? ਇੱਕ ਫਾਈਲ ਦੇ, ਇਹ ਤਾਂ ਮੈਨੂੰ ਪਤਾ ਲੱਗ ਗਿਆ, ਇਹਨਾਂ ਨੇ ਤਾਂ ਨਹੀਂ ਮੈਨੂੰ ਦੱਸਿਆ। ਇਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਜਾਵੇ, ਜੇ ਐਸਸੀ B&R ਨੂੰ ਪੁੱਛਿਆ ਜਾਵੇ, ਐਡੀਸ਼ਨਲ ਕਮਿਸ਼ਨਰ ਜੇ ਰਿਸ਼ੀਪਾਲ ਜੀ ਨੂੰ ਪੁੱਛਿਆ ਜਾਵੇ, ਮੈਨੂੰ ਦੱਸਿਆ, ਸਾਨੂੰ ਦੱਸਿਆ ਜੀ ਕਿ ਤੁਹਾਡੇ ਮੋਢੇ ਤੇ ਬੰਦੂਕ ਰੱਖ ਕੇ ਅਸੀਂ ਚਲਾਉਣ ਲੱਗੇ ਹਾਂ ਜੀ। ਇਹ ਤਾਂ ਫੜਿਆ ਗਿਆ। ਲੇਕਿਨ ਸੂਤਰਾਂ ਵੀ ਦੱਸਦੇ ਸੀ ਕਿ ਸਵੇਰੇ ਕਾਰਪੋਰੇਸ਼ਨ ਦੀ ਪੂਰੀ ਟੀਮ ਜਿਹੜੀ ਹੈ ਗੌਰਵ ਪਟੇਲ ਨੂੰ ਮਿਲਣ ਸੇ ਆਈ ਸੀ, ਦਬਾਅ ਪਾਉਣ ਸੇ ਆਈ ਸੀ ਕਿ ਮਾਮਲਾ ਜਿਹੜਾ ਕਿਤੇ ਨਾ ਕਿਤੇ ਠੰਡਾ ਕਰ ਦਿੱਤਾ ਜਾਵੇ ਕਿ ਨੌਕਰੀਆਂ ਜਿਹੜੀਆਂ ਨੇ ਡਿੱਗ ਸਕਦੀਆਂ, ਕਿਉਂਕਿ ਤੁਸੀਂ ਇੱਕ ਲੈਟਰ ਵੀ ਮਾਨਯੋਗ ਕੈਪਟਨ ਸਾਹਿਬ ਨੂੰ ਵੀ ਲਿਖੀ ਹੈ। ਕਿ ਹੁਣ ਗੱਲਬਾਤ ਕੀ ਹੋਈ ਹੈ? ਨਹੀਂ, ਕੁਛ ਨਹੀਂ ਜੀ, ਮੈਂ ਆਪਣੇ ਸਟੈਂਡ ਤੇ ਪੱਕਾ ਜੀ, ਠੀਕ ਹੈ। ਜਦੋਂ ਆਏ ਕੀ ਗੱਲਬਾਤ ਕੀਤੀ, ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ? ਮੈਂ ਇੱਥੇ ਹੈਗਾ ਹੀ ਨਹੀਂ ਸੀ ਜੀ ਆਫਿਸ, ਠੀਕ ਹੈ। ਤੇ ਪ੍ਰੈਸ਼ਰ ਚਲੋ ਹਰ ਬੰਦਾ ਕਹਿੰਦਾ ਕਿ ਸਾਡੇ ਨਾਲ ਗੱਲ ਕਰੋ। ਸਰ ਜਦੋਂ ਮੈਂ ਫੜ ਲਿਆ ਉਦੋਂ ਗੱਲ ਨਹੀਂ, ਗੱਲ ਯਾਨੀ ਕਿ ਤੁਸੀਂ ਦੱਸੋ, ਕੋਈ ਪਬਲਿਕ ਫੇਅਰ ਦਾ ਕੰਮ ਹੈ ਮੇਰੇ ਇਲਾਕੇ ਦੇ ਵਿੱਚ ਹੈਗਾ, ਯਾਰ ਮੇਰੇ ਇਲਾਕੇ 'ਚ 50 ਕੰਮ ਇਹੋ ਜਿਹੇ ਰਹਿੰਦੇ ਨੇ ਕਰਨ ਵਾਲੇ, ਠੀਕ ਹੈ। ਯਾਨੀ ਕਿ ਮੇਰੇ ਘਰ ਦਾ ਉਹ ਕਹਿੰਦੇ ਨਾ ਕਿ ਉੱਪਰ ਹੈ, ਜਿਵੇਂ 100 ਗਜ ਦੀ ਜਗ੍ਹਾ ਉੱਪਰਲੀ ਜਗ੍ਹਾ ਵੇਚਦੀ, ਤੁਸੀਂ ਤੁਹਾਨੂੰ ਰਹਿਣ ਨੂੰ ਤਾਂ ਹੈਗੀ ਹੈ, ਇਹ ਗੱਲ ਨਹੀਂ ਹੁੰਦੀ। ਯਾਨੀ ਕਿ ਬਿਲਕੁਲ ਫਰੋਡ ਆ ਜੀ। ਇਹੋ ਜਿਹੇ ਫਰੋਡ, ਇਹ ਤਾਂ ਸਿਰਫ 5 ਲੱਖ ਦਾ ਨਿਕਲਿਆ, ਇਹੋ ਜਿਹੇ ਪਤਾ ਨਹੀਂ ਕਰੋੜਾਂ ਰੁਪਏ ਦੇ ਨਿਕਲਣਗੇ। ਮੈਂ ਜੀ RTI 'ਚ ਇਨਫੋਰਮੇਸ਼ਨ ਮੰਗਾਂਗਾ ਕਿ ਇਹੋ ਜਿਹੇ 10% ਵਧਾ ਕੇ ਕਮਿਸ਼ਨਰ ਸਾਹਿਬ ਨੇ ਕਿੰਨੇ ਕੰਮ ਲੋਕ ਕੀਤੇ ਨੇ, ਕਿੰਨੇ ਰੁਪਏ ਲੁਧਿਆਣੇ ਤੇ ਲੱਗਿਆ, ਉਹ ਕਿਹਦੀ ਦੇਖ ਰੇਖ 'ਚ ਲੱਗਾ? ਸਿਰਫ 3-4 ਅਫਸਰ, ਕਿਸੇ ਨੂੰ ਪਤਾ ਹੀ ਹੈ ਨਹੀਂ ਜੀ। ਨਹੀਂ, ਲੇਕਿਨ ਗੱਲ ਕੀਤੀ ਹੋਗੀ, ਹੁਣ ਤੁਸੀਂ ਕੈਪਟਨ ਸਾਹਿਬ ਨੂੰ ਆਪਣੇ ਲੈਟਰ ਪੈਡ ਦੇ ਉੱਤੇ ਕੀ ਲੈਟਰ ਕੀ ਭੇਜੀ ਹੈ? ਅਸੀਂ ਆਪਣੇ ਲੈਟਰ ਪੈਡ ਦੇ, ਬਿਲਕੁਲ ਜੀ, ਇਹ ਤੁਸੀਂ ਦੇਖ ਸਕਦੇ ਹੋ, ਇਹ ਕੈਪਟਨ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਭੇਜੀ ਆ, ਠੀਕ ਹੈ, ਕਿ ਉਹਦੇ 'ਚ ਸਾਰਾ ਦੱਸਿਆ ਗਿਆ, ਠੀਕ ਹੈ, A to Z ਦੱਸਿਆ ਗਿਆ ਕਿ ਕਿਵੇਂ ਨਗਰ ਨਿਗਮ ਦੇ ਜਿਹੜੇ ਫੰਡ ਦੀ ਦੁਰਵਰਤੋਂ ਕੀਤੀ ਜਾ ਰਹੀ ਕੌਂਸਲਰ ਕੋਟੇ ਰਾਸ਼ੀ ਦੀ, ਠੀਕ ਹੈ, ਜਿਹਦੇ 'ਚ ਬਕਾਇਦਾ ਤੌਰ ਤੇ ਮੈਂ ਇਹਨਾਂ ਦੇ ਆਪਾਂ ਨਾਮ ਲਿਖੇ ਨੇ। ਕਮਿਸ਼ਨਰ ਕਾਰਪੋਰੇਸ਼ਨ ਪ੍ਰਦੀਪ ਸੱਭਰਵਾਲ IAS ਅਫਸਰ ਨੇ, IAS ਅਫਸਰ ਰਿਸ਼ੀਪਾਲ ਜੀ ਨੇ, SC ਪ੍ਰਵੀਨ ਸਿੰਗਲਾ ਜੀ ਨੇ, ਠੀਕ ਹੈ। ਤੇ ਇਹਨਾਂ ਨੇ ਨੀਚਲੇ ਜਿਵੇਂ ਪੁੱਛਦੇ ਆ ਨਾ ਅਸੀਂ ਇਹਨਾਂ ਦੇ ਅਫਸਰਾਂ ਨੂੰ, SDO JI ਐਕਸ਼ਨ ਕਿਸੇ ਵੀ, ਉਹ ਕਹਿੰਦੇ ਸਾਡੇ ਕੋਲ ਸਾਈਨ ਕਰਾ ਲੇ। ਚਲੋ ਉਹ ਇਸ ਗੱਲ ਤੋਂ ਠੀਕ ਹੋ ਜਾਂਦੇ, ਕਿਉਂਕਿ ਜਿਹੜਾ ਬੌਸ ਕਹੂਗਾ ਉਹਨੂੰ ਕਰਨਾ ਪੈਣਾ ਜੀ। ਮੈਂ ਕਹਾਂ ਜੀ ਤੁਸੀਂ ਕਿਹਦੇ ਕੋਲ ਪੁੱਛ ਕਰਾਇਆ? ਹਰ ਬੰਦਾ ਕਹਿੰਦਾ ਸਾਨੂੰ ਉੱਪਰੋਂ ਹਦਾਇਤ ਹੈ, ਉੱਪਰੋਂ ਆਈ, ਕਿੱਥੋਂ ਉੱਪਰੋਂ ਆਈ? ਮੈਨੂੰ ਵੀ ਤਾਂ ਪਤਾ ਲੱਗੇ ਉੱਪਰ ਹੈ ਕੀ। ਜੇ ਨਗਰ ਨਿਗਮ ਨੂੰ ਜ਼ਿੰਮੇਵਾਰੀ ਕਮਿਸ਼ਨ ਨੂੰ ਦਿੱਤੀ ਹੈ, ਉਹ ਇੱਕ ਪਬਲਿਕ ਸਰਵੈਂਟ ਨੇ, ਉਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਪਊਗਾ, ਠੀਕ ਹੈ। ਜਿੰਨਾ ਵੱਡਾ ਅਫਸਰ ਹੋਵੇ ਉਹ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ। ਸਾਹਿਬ ਤੁਸੀਂ ਇੱਥੇ ਵੀ ਇਸ ਸਮੇਂ ਹੈਗੇ ਹੋ, ਤੇ ਹੁਣ ਤੁਸੀਂ ਵਿਧਾਇਕ ਸਾਹਿਬ ਤੱਕ ਕੀ ਗੱਲ ਕੀ ਪਹੁੰਚਾਉਣਾ ਚਾਹੁੰਦੇ ਹੋ, ਡਿਮਾਂਡ ਕੀ ਕਰ ਰਹੇ ਹੋ ਕਿ ਇੰਨਾ ਵੱਡਾ ਕਪਲਾ ਜਿਹੜਾ ਇੱਕ ਕੌਂਸਲਰ ਦੇ ਨਾਲ ਹੋ ਗਿਆ, ਜਿਹਦਾ ਤੁਹਾਡੇ ਪਤੀ ਨੇ ਕਿਹਾ ਕਿ ਮਤਲਬ ਕਿ ਲਗਾਤਾਰ ਮੇਰੀਆਂ ਕਿੰਨੀਆਂ ਕੁ ਫਾਈਲਾਂ ਜਿਹੜੀਆਂ ਹੋਣਗੀਆਂ ਉਹਦੇ 'ਚ ਗਵਨ ਕੀਤਾ ਜਾਂਦਾ ਹੋਊਗਾ, ਇਹ ਗਵਨ ਬਾਹਰ ਆਉਣ ਤੋਂ ਬਾਅਦ ਹੁਣ ਵਿਧਾਇਕ ਕੀ ਐਕਸ਼ਨ ਲੈਣਗੇ? ਹਾਂਜੀ, ਦੇਖੋ MLA ਸਾਹਿਬ ਸਾਡੇ ਨਾਲ ਹੈ, ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਹੈ, ਕਿਉਂਕਿ ਉਹਨਾਂ ਦੇ ਵੀ ਇਹੀ ਕਹਿਣਾ ਹੈ ਕਿ ਜੋ ਵੀ ਇਹ ਅਫਸਰ ਜੋ ਕਰ ਰਹੇ ਨੇ, ਇਹ ਸਾਡੇ ਨਾਲ ਧੱਕਾ ਕਰ ਰਹੇ, ਉਹਨਾਂ ਦੇ ਕਾਉਂਸਲਰ ਅਸੀਂ, ਉਹ ਸਾਡੇ ਨਾਲ ਧੱਕਾ ਕਰ ਰਹੇ ਨੇ, ਇਹਨਾਂ 'ਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਵਾ, ਉਹ ਵੀ ਸਾਡੇ ਨਾਲ ਨੇ। ਨਹੀਂ, ਹੁਣ ਤੁਹਾਡਾ ਅਗਲਾ ਸਟੈਪ ਕੀ ਹੈ? ਸਾਡਾ ਅਗਲਾ ਸਟੈਪ ਇਹੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਲੈਟਰ ਲਿਖ ਦਿੱਤੀ ਹੈ, ਤੇ ਉਹਨਾਂ 'ਤੇ ਸਟ੍ਰਿਕਟ ਜੋ ਵੀ ਬਣਦੀ ਕਾਰਵਾਈ ਇਹਨਾਂ 'ਤੇ ਕੀਤੀ ਜਾਏ, ਤਾਂ ਕਿ ਅੱਗੇ ਤੋਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਕਾਉਂਸਲਰ ਨਾਲ, ਕਿਸੇ ਵੀ ਫਾਈਲ ਨਾਲ ਇਹ ਇਸ ਤਰ੍ਹਾਂ ਨਾ ਕਰਨ, ਤੇ ਕਿਉਂਕਿ ਇਹ ਸਿੱਧਾ ਆਮ ਲੋਕਾਂ ਨਾਲ ਧੱਕਾ ਹੈ। ਭੱਟੀ ਸਾਹਿਬ, ਤੁਸੀਂ ਲਗਾਤਾਰ ਫਾਈਲ ਲੱਭੀ ਹੈ, ਚਲੋ ਪਾਰਸੇ ਸਾਹਿਬ ਨੇ ਨਹੀਂ ਇੰਨਾ ਜ਼ੋਰ ਕੀਤਾ ਲੱਭਣ ਦਾ, ਲੇਕਿਨ ਤੁਸੀਂ ਆ ਸਕੈਮ ਜਿਹੜਾ ਇੱਕ ਫੜ ਲਿਆ, ਹੁਣ ਲੱਗਦਾ ਹੈ ਕਿ ਗਾਜ ਜਿਹੜੀ ਬੜੀ ਤਕੜੀ ਡਿੱਗਣ ਵਾਲੀ ਹੈ ਕਿ ਕਿੰਨਾ ਕੁ ਗਵਨ ਜਿਹੜਾ ਹੈ ਕਾਰਪੋਰੇਸ਼ਨ ਜਿਹੜੀ ਕਹਿੰਦੀ ਖਜ਼ਾਨੇ ਖਾਲੀ ਨੇ, ਖਜ਼ਾਨੇ ਖਾਲੀ ਐਕਚੁਅਲੀ ਗਏ ਕਿੰਨਾ ਜੇਬਾਂ 'ਚ ਹੈ? ਤੁਸੀਂ ਬਿਲਕੁਲ ਠੀਕ ਕੁਐਸਚਨ ਕੀਤਾ। ਖਜ਼ਾਨੇ ਖਾਲੀ, ਇਹ ਕਹਿੰਦੇ ਨੇ ਖਜ਼ਾਨਾ ਖਾਲੀ ਹੈ। 1.25 ਲੱਖ ਦਾ ਜਿਹੜਾ ਟੈਂਕਰ ਇਹਨਾਂ ਨੇ ਐਸਟੀਮੇਟ ਬਣਾਇਆ, ਟੈਂਕਰ ਦਾ ਜਿਹੜਾ ਕੌਂਸਲ ਕੋਟੇ ਲੈ ਰਹੇ ਆ, ਉਹ ਖਜ਼ਾਨਾ ਖਾਲੀ ਹੈ। 2 ਸਾਲ ਹੋ ਗਏ ਖਜ਼ਾਨਾ ਖਾਲੀ ਹੈ ਇਹਨਾਂ ਦਾ। ਇਹ 5 ਲੱਖ ਵਾਸਤੇ ਖਾਲੀ ਨਹੀਂ ਹੈਗਾ। ਇਹ ਤੁਸੀਂ ਇਹ ਦੇਖੋ ਇੰਨੀ ਸਪੀਡ ਕਿੰਨੀ, 3 ਦਿਨ ਦੇ ਵਿੱਚ ਤੁਸੀਂ ਤਰੀਕ ਦੇਖੋਗੇ, ਮੈਂ ਤੁਹਾਨੂੰ ਤਰੀਕ ਮੇਰਾ ਦੇਖੋ ਤੁਸੀਂ, 3 ਦਿਨਾਂ ਦੇ ਵਿੱਚ ਇਹ 9 ਤਰੀਕ ਨੂੰ ਨੋਟਿੰਗ ਬਣਦੀ ਹੈ, 11-12 ਫਟਾਫਟ ਸਾਈਨ, 3 ਦਿਨ ਦੇ ਵਿੱਚ 5 ਲੱਖ ਰੁਪਇਆ ਫਟਾਫਟ ਜੀ ਅਲਾਟ ਕਰ ਦਿਓ। ਪਰ ਇਹਨਾਂ ਨੂੰ ਮੈਂ ਪਹਿਲਾਂ ਤਾਂ ਹਜੇ ਨਾ ਮੈਂ ਉਹ ਪਤਾ ਕਰਾਉਣਾ ਹੈ, ਇਹਨਾਂ ਨੇ ਅਕਾਊਂਟ ਠੇਕੇਦਾਰ ਦੇ ਅਕਾਊਂਟ 'ਚ ਜੇ ਪੈਸੇ ਕੀਤੇ ਹੋਏ, ਠੀਕ ਹੈ, ਤੇ ਤਾਂ ਇਹਨਾਂ ਦੇ ਹੋਰ ਕਾਰਵਾਈ ਹੋਊਗੀ। ਨਹੀਂ ਤਾਂ ਜੇ ਪੈਸੇ ਇਹਨਾਂ ਨੇ ਹਜੇ ਇਹਨਾਂ ਕੰਮ ਅਲਾਟ ਕੀਤਾ, ਕਿਉਂਕਿ ਠੇਕੇਦਾਰ ਜਦੋਂ ਮਰਜ਼ੀ ਪੈਸੇ ਲੈ ਸਕਦਾ ਇਹਦੇ, ਅਗਲਾ ਕਹੂਗਾ ਤੁਸੀਂ ਮੈਨੂੰ ਕੰਮ ਅਲਾਟ ਕਰਤਾ, ਮੈਂ ਕੰਮ ਕਰਤਾ। ਆਰਟੀ ਗੁਰੂ ਜੀ ਇੱਦਾਂ ਦੀ ਨਹੀਂ ਪਾ ਸਕਦੇ ਹੋ ਕਿ ਪਤਾ ਲੱਗ ਸਕੇ ਕਿ ਠੇਕੇਦਾਰਾਂ ਦੇ ਪਰਿਵਾਰ ਦਾ ਕੋਈ ਸਦੱਸਿਆ ਤਾਂ ਨਹੀਂ ਹੈਗਾ, ਕਿ ਇਹ ਗਵਨ ਜਿਹੜਾ ਕਿੰਨੇ ਸਮਾਂ ਤੋਂ ਚੱਲਦਾ ਆ ਰਿਹਾ ਸੀ। ਕਿਉਂਕਿ ਕੈਪਟਨ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਵਿਪਕਸ਼ ਜਿਹੜਾ ਹੈਗਾ ਕਹਿੰਦਾ ਕਿ ਕਾਰਪੋਰੇਸ਼ਨ ਦੇ ਵਿੱਚ ਕੰਮ ਤਾਂ ਨਹੀਂ ਹੁੰਦੇ, ਕਿ ਕਾਰਪੋਰੇਸ਼ਨ ਹਮੇਸ਼ਾ ਆਹ ਕਹਿੰਦਾ ਕਿ ਸਾਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ, ਲੇਕਿਨ ਤਿਨਕਾ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ। ਲੇਕਿਨ ਕਿੰਨਾ ਕੁ ਪਾਣੀ ਜਿਹੜਾ ਇਹਨਾਂ ਨੇ
ਇਕੱਠਾ ਕਰਕੇ ਇੱਕ ਵੱਡਾ ਹੀ ਵੱਡਾ ਓਸ਼ਨ ਬਣਾ ਲਿੱਤਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਤੁਸੀਂ ਇਹ ਦੇਖ ਲਓ ਕਿ ਹਜੇ ਸਿਰਫ ਇੱਕ ਫਾਈਲ ਆਪਾਂ ਲੱਭੀ ਹੈ, ਇਹ ਵੀ ਪਤਾ ਲੱਗ ਗਿਆ ਕਿਉਂਕਿ ਆਮ ਤੌਰ ਤੇ ਕੀ ਹੁੰਦਾ, ਕੌਂਸਲ ਐਸਟੀਮੇਟ ਬਣਾਉਂਦਾ, ਅਗਲਾ ਕਹਿੰਦਾ ਮੇਰੀ ਸੜਕ ਬਣਾ ਦਿਓ ਜੀ, ਇਹ ਕਰ ਦਿਓ, ਅਗਲਾ ਕੰਮ ਖਤਮ ਹੋ ਜਾਂਦਾ, ਅਗਲਾ ਕਹਿੰਦਾ ਕੋਈ ਨਹੀਂ, ਕਿਉਂਕਿ ਬਿੱਲ ਜਦੋਂ ਬਣਾਉਣਾ ਇਹਨਾਂ ਅਫਸਰਾਂ ਨੇ ਬਣਾਉਣਾ ਹੁੰਦਾ, ਠੀਕ ਹੈ ਜੀ। ਉਦੋਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕੀ ਇਹ ਕਰ ਰਹੇ ਨੇ ਕੀ ਨਹੀਂ ਕਰ ਰਹੇ। ਇਹ ਤਾਂ ਅਚਾਨਕ ਨੋਟਿੰਗ ਹੈ, ਨੋਟਿੰਗ ਮੈਨੂੰ ਪਤਾ ਲੱਗਿਆ ਕਿ ਹਾਂ ਵੀ ਤੁਹਾਡੇ ਫੰਡ ਦੇ ਵਿੱਚੋਂ ਕਿ ਇਹ 5 ਲੱਖ ਰੁਪਇਆ ਇਹਨਾਂ ਨੇ ਕਿਤੇ ਇੱਧਰ ਉੱਧਰ ਕੀਤਾ, ਠੀਕ ਹੈ। ਜਦੋਂ ਮੈਂ ਪਤਾ ਕਰਨ ਦੀ ਕੋਈ ਜਵਾਬ ਹੀ ਨਹੀਂ ਹੈ ਜੀ ਇਹਨਾਂ ਕੋਲ। ਮੈਂ ਕਿਹਾ ਜੀ ਸਾਡੇ ਕੌਂਸਲਰ ਕੋਟੇ ਦਾ ਤੁਸੀਂ ਪੈਸਾ ਕਿਵੇਂ ਲਾ ਸਕਦੇ ਹੋ, ਤੁਹਾਡੇ ਕੋਲ ਕੀ ਪਾਵਰ ਹੈ, ਠੀਕ ਨਹੀਂ। ਤੁਸੀਂ 3 ਦਿਨ ਦੇ ਵਿੱਚ ਇਹੀ ਗਈ ਨੇ ਸਾਨੂੰ ਉੱਪਰੋਂ ਹੁਕਮ, ਉੱਪਰੋਂ ਹੁਕਮ, ਕਿੱਥੋਂ ਉੱਪਰੋਂ ਹੁਕਮ ਹੈ, ਕਿੱਡਾ ਕੁ ਵੱਡਾ ਹੁਕਮ ਆ ਗਿਆ। ਅਸੀਂ ਕੌਂਸਲਰ ਮੰਨ ਲਓ ਹਾਊਸ ਦੇ ਮੈਂਬਰ ਆ, ਸਾਨੂੰ 1.25 ਲੱਖ ਦਾ ਟੈਂਕਰ ਪਿੱਛੇ 20 ਮਹੀਨੇ ਲਟਕਾਇਆ ਜਾਂਦਾ। ਇੱਕ ਇਹਨਾਂ ਦੀ ਹੋਰ ਫਾਈਲ ਮੈਂ ਤੁਹਾਨੂੰ ਦੱਸਾਂਗਾ, ਉਹ ਵੀ ਫਾਈਲ ਤੁਹਾਡੇ ਅੱਗੇ ਜਲਦ ਲਿਆਵਾਂਗਾ, ਜਿਹਦੇ 'ਚ ਇਹਨਾਂ ਨੇ ਹਜੇ ਕੰਮ ਅਲਾਟ ਹੋਣਾ ਸੀ। ਲੇਕਿਨ ਭੱਟੀ ਸਾਹਿਬ ਤੁਸੀਂ ਇੰਨਾ ਵੱਡਾ ਮੀਡੀਆ ਸਾਹਮਣੇ ਪੇਸ਼ ਵੀ ਹੋ ਚੁੱਕੇ ਹੋ, ਤੁਸੀਂ ਦੋਨੋਂ ਪਾਰਸ਼ਲ ਵੀ ਕੋਲੋਂ ਤੇ ਪਾਰਸ਼ਲਪਤੀ ਵੀ ਮੌਜੂਦ ਹੈਗੇ ਨੇ। ਲੋਕਾਂ ਦੀ ਭਲਾਈ ਲਈ ਤੁਸੀਂ ਆ ਜਿਹੜਾ ਕਹਿ ਰਹੇ ਹੋ ਕਿ ਮੈਂ ਮੁੱਦਾ ਜਿਹੜਾ ਚੱਕਿਆ, ਕੱਲ ਨੂੰ ਆਹ ਨਾ ਹੋਵੇ ਕਿ ਕਾਰਪੋਰੇਸ਼ਨ ਵਾਲਿਆਂ ਨਾਲ ਤੁਹਾਡੀ ਸੈਟਿੰਗ ਹੋ ਜਾਵੇ ਤੇ ਮੁੱਦਾ ਠੰਡੇ ਬਸਤੇ 'ਚ ਪਾ ਦਿੱਤਾ ਜਾਵੇ। ਬਿਲਕੁਲ ਨਹੀਂ ਜੀ, ਬਿਲਕੁਲ ਇਹੋ ਜਿਹੀ ਗੱਲ ਨਹੀਂ, ਠੰਡੇ ਬਸਤੇ ਮੁੱਦਾ ਪੈਣ ਵਾਲਾ ਨਹੀਂ। ਮੇਰੀ ਕੰਪਲੇਨ ਇੱਦਾਂ ਹੀ ਰਹੂਗੀ। ਮੇਰੀ ਤਾਂ ਇਹਨਾਂ ਨੇ ਪਹਿਲੇ 36 ਦਾ ਅੰਕੜਾ ਰਿਹਾ, ਇਹ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜਾ ਇੱਥੇ ਦਾ ਮੁੱਦਾ ਸੀਗਾ, ਟਾਟਾ ਕੰਪਨੀ ਕਿੰਨੀ ਵੱਡੀ ਕੰਪਨੀ ਆ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਖਬਾਰ ਦੀ ਕਟਿੰਗਾਂ ਦੇ ਹਿੱਸਾ ਸਭ ਤੋਂ ਪਹਿਲਾਂ ਉਠਾਉਣ ਵਾਲੇ ਅਸੀਂ ਸੀ। ਕਿੰਗਫਿਸ਼ਰ ਬੀਅਰ ਫੈਕਟਰੀ ਦਾ ਕਨੈਕਸ਼ਨ ਉਡਾਉਣ ਵਾਲੇ ਅਸੀਂ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਬਲੈਕ ਲਿਸਟ ਵਾਸਤੇ ਦੀ ਫਾਈਲ ਭੇਜੀ, ਠੀਕ ਹੈ। ਉਹਨਾਂ ਅਫਸਰਾਂ ਨਾਲ ਲੜਾਈ ਲੜੀ, ਹੁਣ ਵੀ ਫਾਈਲ ਇਨਕੁਆਇਰੀ ਦੇ ਵਿੱਚ ਪੈਂਡਿੰਗ ਹੈ। ਅਫਸਰਾਂ ਨੇ ਉੱਥੇ ਲਿਖਦਾ ਹੈ ਕਿ ਬਈ ਇਹ ਜਿਹੜੀ ਇਹਨਾਂ ਅਫਸਰਾਂ ਤੇ ਜੂਨੀਅਰ ਅਫਸਰਾਂ ਕਾਰਵਾਈ ਕੀਤੀ ਜਾਵੇ, ਲੇਕਿਨ ਵੱਡੇ ਅਫਸਰ ਜਿਹੜੇ ਨੇ ਉਹ ਬਚਾ ਰਹੇ ਨੇ। ਉਹ ਕਹਿੰਦੇ ਜੀ ਇਨਕੁਆਇਰੀ ਦੁਬਾਰਾ ਕਰੋ, ਇਨਕੁਆਇਰੀ 10 ਵਾਰੀ ਦੁਬਾਰਾ ਕਰੋ, ਲੇਕਿਨ ਜਿਹੜੇ ਤੁਹਾਡੇ ਗਲਤ ਅਫਸਰ ਨੇ ਜਿਨ੍ਹਾਂ ਨੂੰ ਤੁਸੀਂ ਬਚਾ ਰਹੇ ਹੋ, ਮੈਂ ਬਚਨ ਨਹੀਂ ਦੇਵਾਂਗਾ। ਉਹ ਵੀ ਤੁਹਾਨੂੰ ਬਹੁਤ ਜਲਦੀ ਇੱਕ ਫਾਈਲ ਹੋਰ ਦੇਵਾਂਗਾ, ਜਿਹਦੇ 'ਚ ਇਹਨਾਂ ਨੇ ਸਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਆਪਾਂ ਡਰੇ ਨਹੀਂ। ਮੈਨੂੰ ਉਹ 6 ਮਹੀਨੇ ਸਾਲ ਹੋ ਗਿਆ ਸਾਨੂੰ ਲੜਾਈ ਲੜਦੇ ਨੂੰ, ਠੀਕ ਹੈ। ਉਹ ਜਿੱਦਾਂ ਲੜਾਈ ਜਿੱਤ ਲਾਂਗੇ, ਤੁਹਾਡੇ ਸਾਥ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ। ਕਿੱਦਾਂ ਇਹਨਾਂ ਨੇ ਸਾਨੂੰ ਬਲੈਕਮੇਲ ਦੀ ਕੋਸ਼ਿਸ਼ ਕੀਤੀ, ਉਹ ਬਲੈਕਮੇਲਿੰਗ ਕਰਨ ਦੇ ਵਿੱਚ ਆਪ ਹੀ ਫਸ ਗਏ ਜੀ। ਬਿਲਕੁਲ, ਇੱਕ ਗੌਰਵ ਜੀ ਸਾਨੂੰ ਫਾਈਲ ਦਿਖਾਣਗੇ। ਇਹ ਜਿਹੜੀ ਗੌਰਵ ਜੀ ਨੇ ਇੱਕ ਆਪਣੇ ਮਾਨਯੋਗ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਫਾਈਲ ਜਿਹੜੀ ਭੇਜੀ ਹੈ, ਜਿਹਦੇ 'ਚ ਗਬਨ ਜਿਹੜਾ 5 ਲੱਖ ਦਾ ਇੱਕ ਪਾਰਕ ਡਿਵੈਲਪਮੈਂਟ ਦੇ ਚਲਦੇ ਹੋਏ ਹੁੰਦਾ, 49.59 ਲੱਖ ਦਾ ਜਿਹੜਾ ਇਹ ਲਾਗਤ ਨਾਲ ਜਿਹੜਾ ਕੰਮ ਜਿਹੜਾ ਹੁੰਦਾ ਉਹਦੇ ਚਲਦੇ ਹੋਏ ਹੋਇਆ ਵਾ। ਤੇ ਲੇਕਿਨ ਇੱਥੇ ਤੁਸੀਂ ਤੁਹਾਨੂੰ ਦਿਖਾਵਾਂਗਾ, ਲੇਕਿਨ ਤੁਸੀਂ ਪੜ੍ਹ ਸਕਦੇ ਹੋ ਜੀ ਕਿ ਇਹ ਫਰੰਟ ਆਫ ਉੱਚ ਅਧਿਕਾਰੀਆਂ ਦੇ ਕਹਿਣ ਤੇ ਇਹ ਦੇਖੋ, ਉੱਚ ਅਧਿਕਾਰੀਆਂ ਦੇ ਕਹਿਣ ਅਨੁਸਾਰ ਇਸ ਪਾਰਕ ਦੀ ਕਿਸੇ ਚੱਲਦੇ ਕੰਮ ਦੇ ਵਿੱਚੋਂ ਕਰਾਇਆ ਜਾਵੇ। ਲੇਕਿਨ ਤਸਵੀਰ ਦੇਖ ਸਕਦੇ ਹੋ ਕਿ ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਨੇ ਪ੍ਰਦੀਪ ਸੱਭਰਵਾਲ ਅਤੇ B&R ਦੇ ਜਿਹੜੇ ਮੁੱਖ ਇੰਜੀਨੀਅਰ ਜਿਹੜੇ ਕਮਿਸ਼ਨਰ ਰਿਸ਼ੀਪਾਲ ਅਤੇ ਜੋਨਲ ਕਮਿਸ਼ਨਰ ਜਿਹੜੇ B&R ਹੈਗੇ SP ਪ੍ਰਵੀਨ ਸਿੰਗਲ ਦੇ ਉੱਤੇ ਜਿਹੜੇ ਨੇ ਲੈਟਰਾਂ ਜਿਹੜੀਆਂ ਦੇ ਦਿੱਤੀਆਂ ਵਾ। ਜਿਹੜੇ ਕੈਪਟਨ ਸਾਹਿਬ ਤੱਕ ਜਿਹੜੀ ਹੈ ਲੈਟਰ ਜਿਹੜੀ ਹੈ ਪਹੁੰਚਾਈ ਜਾਊਗੀ, ਲੇਕਿਨ ਆਪਣੇ ਲੈਟਰ ਪੈਡ ਦੇ ਉੱਤੇ ਇੱਕ ਲੈਟਰ ਜਿਹੜੀ ਹੈ ਪਾਰਸ਼ਲਪਤੀ ਵੱਲੋਂ ਜਿਹੜੀ ਹੈ ਲਿਖੀ ਗਈ ਹੈ। ਹੁਣ ਦੇਖਦੇ ਹਾਂ ਕਿ ਤਮਾਮ ਸਹੀ ਗੱਲ ਹੈ ਕਿ ਨਗਰ ਨਿਗਮ ਹਰ ਵਾਰ ਕਹਿੰਦਾ ਹੈ ਕਿ ਖਜ਼ਾਨਾ ਜਿਹੜਾ ਖਾਲੀ ਹੈਗਾ, ਖਜ਼ਾਨਾ ਆਖਿਰ ਖਾਲੀ ਕਿਉਂ ਹੁੰਦਾ ਵਾ। ਲੇਕਿਨ ਤਸਵੀਰਾਂ ਨੇ ਗੌਰਵ ਜੀ ਦੇ ਵਾਰਡ ਦੇ ਵਿੱਚ ਅਸੀਂ ਮੌਜੂਦ ਹੈਗੇ, ਗੌਰਵ ਜੀ ਦੇ ਦਫ਼ਤਰ ਦੇ ਬਾਹਰ ਹੀ ਮੌਜੂਦ ਹੈਗੇ ਆ। ਲੇਕਿਨ ਜੋ ਸਭ ਤੋਂ ਵੱਡਾ ਇੱਕ ਸਕੈਂਡਰਮ ਗੌਰਵ ਜੀ ਨੇ ਅੱਜ ਕਾਰਪੋਰੇਸ਼ਨ ਦਾ ਕੱਢਿਆ ਹੈ, ਮੌਜੂਦਾ ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਜਿਹੜਾ ਸਕੈਮ ਜਿਹੜਾ ਇਹਨਾਂ ਨੇ ਕੱਢ ਕੇ ਦਿੱਤਾ ਹੈ। ਸੁਬਾਹ ਨੂੰ ਜਿਹੜੇ ਆ ਸੂਤਰ ਦੱਸਦੇ ਨੇ ਕਿ ਗੌਰਵ ਜੀ ਦੇ ਘਰੇ ਜਿਹੜੇ ਨੇ ਕਾਰਪੋਰੇਸ਼ਨ ਦੇ ਆਲਾ ਅਧਿਕਾਰੀ ਆਉਂਦੇ ਆ, ਕਿਤੇ ਸੈਟਿੰਗ ਜਿਹੜੀ ਹੈ ਗੌਰਵ ਜੀ ਨਾਲ ਬਹਿ ਜਾਵੇ ਤੇ ਠੰਡੇ ਬਸਤੇ ਦੇ ਵਿੱਚ ਸਾਰਾ ਕੰਮ ਹੋ ਜਾਏ। ਲੇਕਿਨ ਅਸੀਂ ਕਮਿਸ਼ਨਰ ਨਗਰ ਨਿਗਮ ਨਾਲ ਵੀ ਗੱਲਬਾਤ ਕਰਦੇ ਹਾਂ, ਆਖਿਰ ਮਾਮਲਾ ਹੈ ਕਿ ਇਹ 5 ਲੱਖ ਦਾ ਗਮਨ ਜਿਹੜਾ ਕੀਤਾ ਗਿਆ ਵਾ, ਆਖਿਰ ਕਿਸ ਦੀ ਸ਼ਹਿ ਦੇ ਉੱਤੇ ਕੀਤਾ ਗਿਆ ਵਾ। ਹੈਲੋ ਪ੍ਰਵੀਨ ਸਿੰਗਲ ਜੀ ਬੋਲ ਰਹੇ ਹੋ? ਸਿੰਗਲਾ ਜੀ ਬੋਲ ਰਹੇ ਜੀ। ਹਾਂਜੀ, ਵਿਸ਼ਾਲ ਕਪੂਰ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਨਿਊਜ਼ ਚੈਨਲ ਤੋਂ। ਸਰ ਸਰ ਇੱਕ ਨਾ ਗੌਰਵ ਭੱਟੀ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ, ਜਿਹਦੇ ਚਲਦੇ ਉਹਨਾਂ ਨੇ ਇੱਕ ਕਾਫੀ ਆਰੋਪ ਜਿਹੜੇ ਲਗਾਏ ਨੇ ਕਿ 5 ਲੱਖ ਦਾ 4 ਲੱਖ ਕੁਛ ਦਾ ਜਿਹੜਾ ਇੱਕ ਡਿਵੈਲਪਮੈਂਟ ਕੀਤਾ ਗਿਆ ਵਾ ਉਹ ਪਾਰਕ ਦਾ ਸਰ ਇਹਨਾਂ ਨੇ ਵਾਰਡ ਨੰਬਰ ਤੁਸੀਂ 23 ਦੇ ਵਿੱਚ ਹੀ ਡਿਵੈਲਪਮੈਂਟ ਕੀਤੀ ਹੈ। ਸਰ ਮੈਨੂੰ ਨਹੀਂ ਪਤਾ ਭਾਈ ਸਰ ਕਿਹੜੀ ਪਾਰਕ ਦੀ ਗੱਲ ਕਰ ਰਹੇ ਹੋ। ਇੱਕ ਢੰਡਾਰੀ ਦੇ ਵਿੱਚ ਇੱਕ ਤੁਹਾਡੇ ਸਾਈਨ ਹੋਏ ਪਏ ਨੇ, ਸਾਨੂੰ ਜਿਹੜੀ ਕਾਪੀ ਦਿੱਤੀ ਗਈ ਹੈ ਸਾਈਨ ਦੀ, ਤੇ ਉਹਦੇ ਵਿੱਚ ਰਿਕਮੈਂਡ ਵੀ ਕੀਤਾ ਗਿਆ ਵਾ ਕਿ ਤੁਹਾਡੇ ਵੱਲੋਂ ਜਿਹੜਾ ਹੈਗਾ ਵਾ ਪਾਸ ਕਰ ਦਿੱਤਾ ਗਿਆ ਕੰਮ। ਭਾਈ ਸਰ ਪਤਾ ਨਹੀਂ ਰੂਟੀਨ ਚ ਨਾ ਜੀ, ਰੂਟੀਨ ਚ ਵੀ ਫਾਈਲ ਵਰਕ ਕਰਦੇ ਰਹਿੰਦੇ ਆ ਜੀ। ਆਈ ਡੋਨਟ ਹੈਵ ਆਈਡੀਆ ਕਿ ਕੀ ਹੈਗਾ, ਬਟ ਇਹ ਹੈ ਵੀ ਰਿਕਾਰਡ ਦੇਖ ਕੇ ਚੈੱਕ ਕਰ ਲਾਂਗੇ। ਬਸ ਮੇਰੇ ਖਿਆਲ ਚ ਵਾਰਡ ਨੰਬਰ 23 ਤਾਂ ਕੋਈ ਰਿਵੀਜ਼ਨ ਨਹੀਂ ਕਰਾਈ, ਤੇ ਲੇਕਿਨ ਨੰਬਰ 23 ਦੇ ਕੋਈ ਪਾਰਕ ਦੀ ਕਿਸੇ ਦੀ ਰਿਵੀਜ਼ਨ ਨਹੀਂ ਕਰਾਈ ਮੇਰੇ ਕੋਲ। ਨਹੀਂ ਕਿ ਸਰ ਇੱਕ ਰਿਵੀਜ਼ਨ ਦੀ ਕਾਪੀ ਸਾਡੇ ਹੱਥ ਦੇ ਵਿੱਚ ਹੈਗੀ ਹੈ, ਰਿਵੀਜ਼ਨ ਐਂਡ ਡਿਵੈਲਪਮੈਂਟ ਦੀ ਕਾਪੀ ਸਾਡੇ ਹੱਥ 'ਚ ਹੈਗੀ ਹੈ ਜਿਹੜੀ ਵਾਰਡ ਨੰਬਰ 23 ਦਾ ਲਿਖਿਆ ਹੋਇਆ, ਲੇਕਿਨ ਉਹ ਜਿਹੜੀ ਡਿਵੈਲਪਮੈਂਟ ਕੀਤੀ ਗਈ ਹੈ ਸਾਨੇਵਾਲ ਹਲਕਾ ਢੰਡਾਰੀ ਦੇ ਵਿੱਚ ਕੀਤੀ ਗਈ ਹੈ। ਢੰਡਾਰੀ ਦੇ ਪਿੰਡ
ਪੜਦੇ ਨਹੀਂ ਜੀ, ਵਾਰਡ ਨੰਬਰ 23 ਦੇ ਕੋਈ ਹੋਊਗਾ, ਮਿਸਟੇਕ ਹੋਊਗੀ, ਵੈਸੇ ਮੇਰੇ ਧਿਆਨ 'ਚ ਨਹੀਂ ਹੈ ਜੀ। ਲੇਕਿਨ ਤੁਹਾਡੇ ਸਾਈਨ ਵੀ ਹੈ ਸਰ ਉਹ ਕਾਪੀ ਥੱਲੇ। ਪਹਿਲਾਂ ਰੂਟੀਨ 'ਚ ਹੁਣ ਸਭ ਹੀ ਸਾਈਨ ਹੁੰਦੀ ਹੈ ਨਾ ਰੂਟੀਨ 'ਚ। ਨਹੀਂ ਤੁਸੀਂ ਸਾਈਨ ਕਰਦੇ ਹੋ ਲੇਕਿਨ ਸਰ ਪੜ੍ਹਦੇ ਨਹੀਂ ਹੋ ਕਿ ਮਤਲਬ ਕਾਰਪੋਰੇਸ਼ਨ ਚੂਨਾ ਨਾ ਲੱਗ ਜਾਵੇ, ਕਿਸੇ ਹੋਰ ਏਰੀਆ 'ਚ ਡਿਵੈਲਪਮੈਂਟ ਹੋ ਜਾਵੇ। ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਸਕਦਾ, ਇਹ ਜੀ ਗੱਲ ਨਹੀਂ ਹੋ ਸਕਦੀ ਵੀ ਕੋਈ ਚੁਣਨੇ ਵਾਲੀ ਕੋਈ ਗੱਲ ਹੋ ਗਈ। ਮੈਂ ਨਹੀਂ ਇਸ ਚੀਜ਼ ਨੂੰ ਬਿਲੀਵ ਕਰਦਾ ਜੀ, ਬਟ ਮੈਂ ਇਸ ਟਾਈਮ ਕਿਸੇ ਆਇਆ ਹੋਇਆ ਸੀ, ਬਟ ਅਦਰਵਾਈਜ਼ ਮੈਂ ਰਿਕਾਰਡ ਚੈੱਕ ਕਰ ਲਾਂਗਾ, ਕੋਈ ਐਸੀ ਗੱਲ ਨਹੀਂ। 4,90,000 ਦਾ ਜਿਹੜਾ ਇੱਕ ਟੈਂਡਰ ਜਾਰੀ ਕੀਤਾ ਜਾਂਦਾ ਵਾ ਉਹਦੇ ਤੇ ਸਰ ਤੁਹਾਨੂੰ ਨੌਲੇਜ ਤਾਂ ਹੋਣੀ ਥੋੜੀ ਜੀ। ਭਾਈ ਸਾਹਿਬ ਇਸ ਟਾਈਮ ਧਿਆਨ 'ਚ ਨਹੀਂ ਹੈ, ਮੈਂ ਉਹੀ ਕਹਿ ਰਿਹਾ, ਉਹ ਰਿਕਾਰਡ ਚੈੱਕ ਕਰਕੇ ਆਪਾਂ ਮੈਂ ਚੈੱਕ ਕਰ ਲਾਣਾ, ਉਸ ਤੋਂ ਬਾਅਦ ਫਿਰ ਮੇਰੀ ਕੁਝ ਪਤਾ ਲੱਗ ਸਕਦਾ। ਬਟ ਅਦਰਵਾਈਜ਼ ਇਸ ਇੰਸ਼ੋਰੈਂਸ ਹੈ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਵੀ 1 ਰੁਪਏ ਦਾ ਵੀ ਨੁਕਸਾਨ ਹੋ ਜੀ। ਜੀ ਚਲੋ, ਤੁਸੀਂ ਇੱਕ ਵਾਰੀ ਗੌਰਵ ਜੀ ਨੇ ਪ੍ਰੈਸ ਕਾਨਫਰੰਸ ਕੀਤੀ, ਤੁਹਾਡਾ ਪਕਸ਼ ਲੈਣਾ ਬਹੁਤ ਜ਼ਰੂਰੀ ਸੀਗਾ, ਇਸ ਕਰਕੇ ਪਕਸ਼ ਲਿੱਤਾ ਕਿ ਤੁਹਾਡੇ ਨੌਲੇਜ ਮਾਮਲਾ ਨਹੀਂ ਹੈਗਾ, ਲੇਕਿਨ ਰਿਕਮੈਂਡ ਤੁਹਾਡਾ ਸਾਈਨ ਹੋਏ ਪਏ ਨੇ, ਲੇਕਿਨ ਤੁਸੀਂ ਜ਼ਰੂਰ ਆ ਦੇਖਣਾ ਕੀ ਇਹ ਮਾਮਲਾ। ਮੈਂ ਡੈਫੀਨਿਟਲੀ ਦੇਖਾਂਗਾ ਭਾਈ ਸਾਹਿਬ। ਹਾਂਜੀ ਜੋ ਬਹੁਤ ਸ਼ੁਕਰੀਆ ਜੀ ਪ੍ਰਵੀਨ ਜੀ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਰ, ਵਿਸ਼ਾਲ ਗੱਲ ਕਰ ਰਹੇ ਹਾਂ ਸਰ, ਰਿਸ਼ੀਪਾਲ ਜੀ ਬੋਲ ਰਹੇ ਹੋ, ਗੱਲ ਕਰ ਰਹੇ ਹੋ ਕਮਿਸ਼ਨਰ ਸਾਹਿਬ? ਹਾਂਜੀ ਹਾਂ ਮੈਂ ਕਰਦਾ ਸਰ। ਇੱਕ ਨਾ ਪ੍ਰੈਸ ਕਾਨਫਰੰਸ ਰੱਖੀ ਗਈ ਸੀਗੀ ਵਾਰਡ ਨੰਬਰ 23 ਦੇ ਪਾਰਸ਼ਲਪਤੀ ਗੌਰਵ ਭੱਟੀ ਵੱਲੋਂ ਸਰ। ਹਾਂ ਕੁਛ 4 ਕੁਛ ਲੱਖ ਦਾ ਜਿਹੜਾ ਇੱਕ ਗਵਨ ਦਾ ਉਹ ਦੱਸ ਰਹੇ ਨੇ ਕਿ ਪਾਰਕ ਜਿਹੜਾ ਇੱਕ ਡਿਵੈਲਪਮੈਂਟ ਕੀਤਾ ਗਿਆ ਸੀ ਜੋ ਕਿ ਮੇਰੇ ਏਰੀਆ ਦੇ ਵਿੱਚ ਨਹੀਂ ਪੈਂਦਾ ਸੀਗਾ, ਉਹਦੇ ਵਾਸਤੇ ਥੋੜਾ ਸਪਸ਼ਟੀਕਰਨ ਦੇ ਦੋਗੇ ਸਰ? ਮੈਨੂੰ ਇਸ ਤਰੀਕੇ ਨਾਲ ਪਤਾ ਨਹੀਂ, ਮੈਂ ਕੰਸਰਨਡ ਬੰਦਕ ਇਹ ਕੋਈ ਜਿਹੜਾ ਭੱਟੀ ਆ ਉਹਦੀ ਸਟੇਟਮੈਂਟ ਉਹਦੇ ਵਰਜਨ ਲੈਣ ਤੋਂ ਬਾਅਦ ਹੀ ਕੁਝ ਦੱਸ ਸਕਦਾ। I can't give this type of statement कि मैंने because I don't know there is no many development work that are taking place, but anyhow we will go for inquiry. Okay, मतलब then we can ਨਹੀਂ ਸਮਝ ਗਿਆ ਸਰ ਕਿ ਇਨਕੁਆਇਰੀ ਜਿਹੜੀ ਹੈ ਕੀਤੀ ਜਾਊਗੀ, ਲੇਕਿਨ ਜਦੋਂ ਗੌਰਵ ਭੱਟੀ ਤੁਹਾਨੂੰ ਕੋਈ ਵੀ ਐਪਲੀਕੇਸ਼ਨ ਦਿੰਦੇ ਨੇ ਇਨਕੁਆਇਰੀ ਤੁਸੀਂ ਕਰਾਓਗੇ, ਲੇਕਿਨ ਇਹ ਮਾਮਲਾ ਸਰ ਜਿਹੜਾ ਹੋਇਆ ਵਾ ਇੱਕ ਉਹਨਾਂ ਨੇ ਕਿਹਾ ਹੈ ਕਿ ਫਾਈਲ ਜਿਹੜੀ ਹੈ ਜਲਦ ਤੋਂ ਜਲਦ ਹੀ ਬਣਾ ਦਿੱਤੀ ਗਈ ਸੀਗੀ, ਤੇ ਉਹਦੇ ਬਾਰੇ ਥੋੜਾ ਜਿਹਾ ਚਾਨਣ ਪਾ ਦਿੰਦੇ ਸਰ। ਇਹਦੇ ਚ ਜੇ ਕਿਸੇ ਨੇ ਕੋਈ ਕਾਲੀ ਦੇ ਵਿੱਚ ਫਾਈਲ ਬਣਾਈ ਹੈ ਤਾਂ then we will go for inquiry and whosoever is concerned will be brought to the book. ਠੀਕ ਹੈ ਜੀ, ਬਿਲਕੁਲ। ਜੋ ਸੰਬੰਧਿਤ ਅਧਿਕਾਰੀ ਉਹਨਾਂ ਨਾਲ ਤੁਸੀਂ ਤਾਲਮੇਲ ਕਰਕੇ ਤੇ ਜੋ ਗੌਰਵ ਜੀ ਵੱਲੋਂ ਲੈਟਰ ਆਊਗੀ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ। ਯੈਸ ਜੀ ਬਿਲਕੁਲ, ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਸਰ। ਓਕੇ ਲੁਧਿਆਣਾ ਤੋਂ ਸੰਜੇ ਸੇਤੀਆ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।